ਅਮ੍ਰਿਤਾ ਪ੍ਰੀਤਮ ਦੀ ਸਾਹਿਤਿਕ ਸਵੈ ਜੀਵਨੀ ਦੇ ਅੰਸ਼ਾਂ ਵਿੱਚੋਂ ਅਗਲਾ ਭਾਗ ਹੈ ਹੂਰਾਂ ਪਰੀਆਂ ਤੇ ਸ਼ਹਿਜ਼ਾਦੀਆਂ ਤੋਂ ਲੈ ਕੇ ਡੈਗਨੀ ਤੱਕ। ਫਰਾਂਸੀਸੀ ਲੇਖਿਕਾ ਮਿਸਨ ਡੀ ਬੇਵਾਇਰ ਦੀ ਰਚਨਾ ਸੈਕਿੰਡ ਸੈਕਸ ਤੋਂ ਵੱਧ ਔਰਤ ਜ਼ਿੰਦਗੀ ਦੀਆਂ ਮੁਸ਼ਕਲਾਂ ਮਜਬੂਰੀਆਂ ਤੇ ਉਹਨਾਂ ਦੇ ਕਾਰਨਾਂ ਨੂੰ ਵਿਚਾਰਨ ਵਾਲੀ ਕਿਤਾਬ ਦੁਨੀਆ ਦੇ ਕਿਸੇ ਸਾਹਿਤ 'ਚ ਨਹੀਂ ਮਿਲਦੀ। ਸਿਰਫ ਇਹ ਕਿ ਇਸ ਕਿਤਾਬ 'ਚ ਵਿਚਾਰ ਕਹਾਣੀ ਦੇ ਰੂਪ 'ਚ ਨਹੀਂ ਕੀਤੀ ਗਈ। ਕਹਾਣੀ ਦੇ ਰੂਪ 'ਚ ਵਿਚਾਰ ਉਦੋਂ ਤੋਂ ਚੱਲੀ ਆਉਂਦੀ ਹੈ ਜਦੋਂ ਤੋਂ ਕਹਾਣੀ ਚੱਲੀ ਆਉਂਦੀ ਹੈ। ਕਾਮ ਸ਼ਾਸਤਰ ਵਿੱਚ ਔਰਤ ਦੀਆਂ 4 ਜਾਤਾਂ ਲਿਖੀਆਂ ਹੋਈਆਂ ਹਨ: ਪਦਮਣੀ, ਚਿੱਤਰਨੀ, ਸੰਖਨੀ ਤੇ ਹਸਤਨੀ। ਬ੍ਰਹਮ ਵੈਵਰਤ ਵਿੱਚ ਔਰਤ 3 ਪ੍ਰਕਾਰ ਦੀ ਦੱਸੀ ਹੋਈ ਹੈ: ਸਾਧਵੀ, ਭੋਗਿਆ ਤੇ ਕੁਲਟਾ। ਪਤੀ ਵਿੱਚ ਭਗਤੀ ਭਾਵ ਰੱਖ ਕੇ ਤੇ ਸੰਤਾਨ ਦੇ ਮਨੋਰਥ ਨਾਲ ਪਤੀ ਦਾ ਸੰਗ ਕਰਨ ਵਾਲੀ ਸਾਧਵੀ, ਪਦਾਰਥਾਂ ਦੀ ਇੱਛਾ ਨਾਲ ਤੇ ਵਾਸ਼ਨਾ ਦੀ ਪੂਰਤੀ ਲਈ ਪਤੀ ਨੂੰ ਮਾਨਣ ਵਾਲੀ ਭੋਗਿਆ ਤੇ ਕਪਟ ਨਾਲ ਮਰਦ ਨੂੰ ਛਲਣ ਵਾਲੀ ਕੁਲਟਾ। ਪਰ ਪੁਰਾਤਨ ਕਹਾਣੀ 'ਚ ਵਿਚਾਰਧਾਰਾ ਔਰਤ ਜ਼ਾਤ ਨੂੰ 2 ਹਿੱਸਿਆਂ 'ਚ ਵੰਡਦੀ ਆਈ ਹੈ: ਸੋਹਣੀਆਂ ਔਰਤਾਂ ਤੇ ਕਸੋਹਣੀਆਂ ਔਰਤਾਂ। ਸੋਹਣੀਆਂ ਔਰਤਾਂ ਦਾ ਕੰਮ ਹੁੰਦਾ ਸੀ ਜਾਂ ਹੂਰਾਂ ਪਰੀਆਂ ਅਪਸਰਾ ਬਣਨਾ ਤੇ ਜਾਂ ਸ਼ਹਿਜ਼ਾਦੀਆਂ। ਪੁਰਾਣਾਂ 'ਚ ਲਿਖਿਆ ਹੋਇਆ ਕਿ ਅਪਸਰਾ ਸਮੁੰਦਰ ਦੇ ਰਿੜਕਣ ਤੋਂ ਨਿਕਲੀਆਂ ਸਨ। ਕਾਸ਼ੀ ਖੰਡ 'ਚ ਲਿਖਿਆ ਹੋਇਆ ਕਿ ਗਿਣਤੀ ਵਿੱਚ 35 ਕਰੋੜ ਸਨ, ਪਰ ਸਭ ਤੋਂ ਵੱਧ ਕੀਰਤੀ ਵਾਲੀਆਂ 1060 ਸਨ। ਰਮਾਇਣ 'ਚ ਇਹਨਾਂ ਦੀ ਗਿਣਤੀ 60 ਕਰੋੜ ਦੱਸੀ ਗਈ ਹੈ। ਅਪਸਰਾ ਵਿੱਚ ਸ਼ਕਲ ਬਦਲਣ ਦੀ ਸਮਰੱਥਾ ਵੀ ਦੱਸੀ ਗਈ ਹੈ ਤੇ ਇਹ ਵੀ ਕਿ ਸ਼ਤਰੰਜ ਦੇ ਚੌਪਟ ਦੀਆਂ ਚਾਲਾਂ ਵੀ ਜਾਣਦੀਆਂ ਸਨ ਤੇ ਜਾਦੂ ਵੀ। ਇਹ ਸੋਹਣੀਆਂ ਔਰਤਾਂ ਆਪਣੇ ਰੂਪ ਦੇ ਜਾਦੂ ਨਾਲ ਜਾਂ ਤੇ ਰਿਖੀਆਂ ਮੁਨੀਆਂ ਦੇ ਤਪ ਤੋੜਦੀਆਂ ਸਨ ਤੇ ਜਾਂ ਰਾਜਿਆਂ ਰਾਜਕੁਮਾਰਾਂ ਨੂੰ ਇਸ਼ਕ ਦੀ ਚੇਟਕ ਲਾਉਂਦੀਆਂ ਸਨ। ਕਸੋਹਣੀਆਂ ਔਰਤਾਂ ਦਾ ਕੰਮ ਹੁੰਦਾ ਸੀ ਜਾਂ ਫਫੇ ਕੁੱਟਣੀਆਂ ਬਣਨਾ ਤੇ ਜਾਂ ਨਿੰਦਕ। ਉਹ ਚੰਗੇ ਭਲੇ ਸੌਰ ਦੇ ਕੰਮਾਂ 'ਚ ਵਿਘਨ ਦਾ ਪ੍ਰਤੀਕ ਹੁੰਦੀਆਂ ਸਨ। ਇਹ 2 ਤਰ੍ਹਾਂ ਦੀ ਵੰਡ ਦੈਵੀ ਰੁਚੀਆਂ ਤੇ ਦਾਨਵ ਰੁਚੀਆਂ ਦਾ ਚਿੰਨ੍ਹ ਸੀ। ਸੁੱਖ ਸ਼ਾਂਤੀ ਤੇ ਸੰਪਦਾ ਸੋਹਣੀਆਂ ਔਰਤਾਂ ਦੇ ਪੈਰਾਂ ਨਾਲ ਬੰਨੀ ਹੋਈ ਹੁੰਦੀ ਸੀ ਤੇ ਦੁੱਖ ਕਲੇਸ਼ ਤੇ ਵਿਨਾਸ਼ ਕਸੋਹਣੀਆਂ ਔਰਤਾਂ ਦੇ ਨਾਲ ਨਾਲ ਤੁਰਦਾ ਸੀ। ਦੁਨੀਆ ਦੀ ਕਹਾਣੀ ਹੂਰਾਂ ਪਰੀਆਂ ਤੇ ਸ਼ਹਿਜ਼ਾਦੀਆਂ ਤੋਂ ਤੁਰਦੀ ਤੁਰਦੀ ਸਧਾਰਨ ਘਰੋਗੀ ਇਸਤਰੀਆਂ ਤੱਕ ਪਹੁੰਚ ਗਈ। ਬਚਪਨ ਵਿੱਚ ਪਿਤਾ ਦੀ, ਜਵਾਨੀ ਵੇਲੇ ਪਤੀ ਦੀ ਤੇ ਬੁਢੇਪੇ ਵੇਲੇ ਪੁੱਤਰ ਦੀ ਮੁਹਤਾਜ ਹੋ ਕੇ ਰਹਿਣ ਵਾਲੀ ਇਸਤਰੀ ਕਹਾਣੀਆਂ ਦੀ ਪਾਤਰ ਬਣੀ। ਇਸਤਰੀਆਂ 'ਚ ਮਾਨਸਿਕ ਚੇਤਨਤਾ ਤੱਕ ਪਹੁੰਚਣ ਦੀ ਅਵਸਥਾ ਨੂੰ ਇਬਸਨ ਦੇ ਨਾਟਕ ਡਾਲਜ਼ ਹਾਊਸ ਵਿੱਚ ਬੜੀ ਬਾਰੀਕੀ ਨਾਲ ਵੇਖਿਆ ਜਾ ਸਕਦਾ ਹੈ। ਇਬਸਨ ਦੇ ਨਾਟਕ ਦੀ ਨਾਇਕਾ ਔਰਤ ਜ਼ਿੰਦਗੀ 'ਚ ਇੱਕ ਤਵਾਰੀਖੀ ਮੋੜ ਲਿਆਉਂਦੀ ਹੈ। ਉਹਨੇ ਪਤੀ ਦੀ ਮਦਦ ਵਾਸਤੇ ਪਤੀ ਕੋਲੋਂ ਚੋਰੀ ਕਰਜ਼ਾ ਲਿਆ। ਅੱਧੀ ਰਾਤ ਤੱਕ ਜਾ ਕੇ ਹੱਥਾਂ ਦੀ ਮਿਹਨਤ ਕਰਦੀ ਕਰਜ਼ਾ ਲਾਉਂਦੀ ਰਹੀ, ਪਰ ਜਦੋਂ ਪਤੀ ਨੂੰ ਪਤਾ ਲੱਗਾ ਤਾਂ ਆਪਣੀ ਪਤਨੀ ਦਾ ਮੁੱਲ ਪਛਾਣਨ ਦੀ ਥਾਵੇਂ ਉਹਦੇ ਨਾਲ ਗੁੱਸੇ ਹੋ ਗਿਆ ਕਿ ਉਹਨੂੰ ਉਹਦੇ ਕੋਲੋਂ ਚੋਰੀ ਇਹ ਸਭ ਕੁਝ ਕਰਨ ਦਾ ਹੱਕ ਨਹੀਂ ਸੀ। ਇਹ ਤੋਂ ਪਹਿਲਾਂ ਤੱਕ ਇਸਤਰੀ ਦਾ ਉਧਾਰ ਹਮੇਸ਼ਾ ਕਿਸੇ ਬਲੀ ਤੇ ਦੈਵੀ ਗੁਣਾਂ ਵਾਲੇ ਪੁਰਸ਼ ਦੇ ਹੱਥੋਂ ਹੁੰਦਾ ਵਿਖਾਇਆ ਜਾਂਦਾ ਸੀ, ਪਰ ਇਬਸਨ ਦੀ ਪਾਤਰ ਪਹਿਲੀ ਵਾਰ ਕੁਝ ਸੋਚਣ ਲਈ ਮਜਬੂਰ ਹੁੰਦੀ ਹੈ। ਇਹ ਬੜਾ ਕੁਦਰਤੀ ਹੈ ਕਿ ਜਾਗਰਤ ਔਰਤ ਕਦੇ ਆਪਣੇ ਔਰਤਪਣ ਨੂੰ ਆਪਣੀ ਸ਼ਕਤੀ ਦਾ ਚਿੰਨ੍ਹ ਸਮਝਦੀ ਹੈ ਤੇ ਕਦੇ ਆਰਥਿਕ ਤੇ ਸਮਾਜਿਕ ਮਜਬੂਰੀਆਂ ਦੀ ਝੰਬੀ ਹੋਈ ਇਹਨੂੰ ਆਪਣੀ ਕਮਜ਼ੋਰੀ ਦਾ ਹਥਿਆਰ ਬਣਾ ਕੇ ਵਰਤਦੀ ਹੈ। ਇਹ ਬੁਨਿਆਦੀ ਜੱਦੋ-ਜਹਿਦ ਚਿਰਾਂ ਤੋਂ ਚੱਲਦੀ ਆ ਰਹੀ ਹੈ। ਅੱਜ ਇਹ ਜੱਦੋ-ਜਹਿਦ ਬਹੁਤ ਪੱਖੀ ਹੋ ਗਈ ਹੈ। ਇੱਕ ਹੋਰ ਵੱਡੀ ਗੱਲ ਇਹ ਹੋਈ ਕਿ ਇਹ ਚੇਤਨਤਾ ਸਿਰਫ ਪ੍ਰਮਾਣਿਕ ਸੁੰਦਰੀਆਂ ਤੱਕ ਹੀ ਸੀਮਤ ਨਹੀਂ ਰਹੀ। ਇਹ ਸ਼ਰਤ ਚੰਦਰ ਦੀ ਚਰਿੱਤਰਹੀਨ ਤੇ ਰਜਿੰਦਰ ਸਿੰਘ ਬੇਦੀ ਦੀ ਲੰਬੀ ਲੜਕੀ ਤੱਕ ਵੀ ਆ ਪਹੁੰਚੀ ਹੈ। ਔਰਤ ਜਦੋਂ ਆਪਣੀ ਔਰਤਪਣ ਨੂੰ ਆਪਣੀ ਕਮਜ਼ੋਰੀ ਦਾ ਹਥਿਆਰ ਬਣਾ ਕੇ ਵਰਤਦੀ ਹੈ, ਉਹਦੇ 'ਚ ਮੌਕਾ ਪ੍ਰਸਤੀ ਦੀ ਸੰਭਾਵਨਾ ਆ ਜਾਣੀ ਬੜੀ ਸੁਭਾਵਕ ਹੈ। ਔਰਤ ਦੇ ਇਸ ਪੱਖ ਦਾ ਬਿਆਨ ਸਾਨੂੰ ਬਲਜ਼ਾਕ ਦੀ ਜੀਵਨੀ 'ਚ ਬੜਾ ਪ੍ਰਤੱਖ ਦਿਸਦਾ ਹੈ। ਬਲਜ਼ਾਕ ਨੂੰ ਪਿਆਰ ਕਰਨ ਵਾਲੀ ਪੋਲਿਸ਼ ਸੁੰਦਰੀ ਬਲਜ਼ਾਕ ਨੂੰ ਵੀ ਗਵਾਉਣਾ ਨਹੀਂ ਚਾਹੁੰਦੀ, ਪਰ ਆਪਣੇ ਅਮੀਰ ਖਾਵੰਦ ਨੂੰ ਛੱਡ ਕੇ ਉਹਦੀ ਜਾਇਦਾਦ ਤੋਂ ਵਿਰਵਿਆ ਵੀ ਨਹੀਂ ਹੋਣਾ ਚਾਹੁੰਦੀ। ਉਹ ਆਪਣੇ ਬੁੱਢੇ ਖਾਵੰਦ ਦੀ ਮੌਤ ਨੂੰ ਉਡੀਕਦੀ ਰਹਿੰਦੀ ਹੈ। ਉਹਦੇ ਖਾਵੰਦ ਨੂੰ ਮਰਦਿਆਂ ਤੇ ਉਹਦੀ ਧੀ ਦੇ ਵਿਆਹ ਨੂੰ ਹੁੰਦਿਆਂ ਕਈ ਵਰ੍ਹੇ ਲੱਗ ਜਾਂਦੇ ਹੈ। ਇੰਨਿਆਂ ਵਰ੍ਹਿਆਂ 'ਚ ਉਹਦਾ ਬਲਜ਼ਾਕ ਵਿੱਚੋਂ ਸ਼ੌਕ ਬੁੱਝ ਜਾਂਦਾ ਹੈ, ਪਰ ਜਦੋਂ ਬਲਜ਼ਾਕ ਮਰਨ ਦੇ ਕੰਢੇ ਹੁੰਦਾ ਹੈ, ਉਸ ਅਮੀਰ ਸੁੰਦਰੀ ਉਹਦੇ ਮਰਨ ਤੋਂ ਥੋੜ੍ਹੇ ਦਿਨ ਪਹਿਲਾਂ ਉਹਦੇ ਨਾਲ ਵਿਆਹ ਕਰ ਲੈਂਦੀ ਹੈ ਤਾਂ ਕਿ ਉਹ ਪੈਰਿਸ ਵਿੱਚ ਰਹਿ ਕੇ ਬਲਜ਼ਾਕ ਦੀ ਮੌਤ ਤੋਂ ਪਿੱਛੋਂ ਬਲਜ਼ਾਕ ਦੀ ਸ਼ੋਹਰਤ ਨੂੰ ਮਾਣ ਸਕੇ। ਪਰ ਇੰਜ ਕਦੇ ਹੀ ਹੁੰਦਾ ਹੈ, ਅਕਸਰ ਇੰਜ ਹੁੰਦਾ ਹੈ ਕਿ ਔਰਤ ਭਾਵੇਂ
ਮਰਦ ਨੂੰ ਭਰਮਾਵੇ ਤੇ ਭਾਵੇਂ ਆਪ ਭਰਮ ਜਾਵੇ, ਦਰਦ ਵਾਲਾ ਪਾਸਾ ਅਖੀਰ ਨੂੰ ਉਹਦੇ ਆਪਣੇ ਹਿੱਸੇ ਹੀ ਆਉਂਦਾ ਹੈ। ਸਮਾਜਿਕ ਅਨਿਆਂ ਅੱਗੇ ਸਾਹ ਤੋੜਦੀ ਔਰਤ ਦਾ ਸਭ ਤੋਂ ਦੁਖਾਵਾਂ ਬਿਆਨ ਹੂਰਾਂ, ਪਰੀਆਂ ਤੇ ਸ਼ਹਿਜ਼ਾਦੀਆਂ ਤੋਂ ਲੈ ਕੇ ਸਾਦਤ ਹਸਨ ਮੰਟੋ ਦੀ ਕਹਾਣੀ ਖੋਲ੍ਹਦੇ 'ਚ ਮਿਲਦਾ ਹੈ। ਇੰਨਾ ਕਿ ਮਨੁੱਖਤਾ ਦਾ ਸਿਰ ਨੀਵਾਂ ਹੋ ਜਾਂਦਾ ਹੈ। ਇਹੋ ਦਰਦ ਪਰ ਬੜੇ ਵੱਖਰੇ ਮਾਹੌਲ ਵਿੱਚ ਤੇ ਬੜੇ ਵੱਖਰੇ ਕਾਰਨਾਂ ਤੋਂ ਉਪਜਿਆ ਹੋਇਆ ਰਜਿੰਦਰ ਸਿੰਘ ਬੇਦੀ ਦੇ ਨਾਵਲ ਇੱਕ ਚਾਦਰ ਅੱਧੋ ਰਾਣੀ 'ਚ ਪੜ੍ਹਨ ਵਾਲੇ ਨੂੰ ਝੰਜੋੜ ਦਿੰਦਾ ਹੈ। ਬੇਦੀ ਇਸ ਹਾਲਤ ਵਿੱਚ ਔਰਤ ਦੀ ਤੁਲਨਾ ਇੱਕ ਖਿੱਦੋ ਨਾਲ ਕਰਦਾ ਹੈ, ਜਿਹੜੀ ਜਦੋਂ ਆਪਣੇ ਹੀ ਹੰਝੂਆਂ 'ਚ ਭਿੱਜ ਜਾਂਦੀ ਹੈ, ਬੁੜਕਣ ਜੋਗੀ ਵੀ ਨਹੀਂ ਰਹਿੰਦੀ। ਬਹੁਪੱਖੀ ਚੇਤਨਤਾ ਦੀ ਹਾਲਤ ਵਿੱਚ ਅੱਜ ਦੀ ਔਰਤ ਭਾਵੇਂ ਕਿੰਨੀ ਪੀੜ ਹੈ, ਪਰ ਉਹ ਜਾਣਦੀ ਹੈ ਕਿ ਕਿਸੇ ਵੀ ਜ਼ਬਰ ਨਾਲ ਕੀਤਾ ਹੋਇਆ ਸਮਝੌਤਾ ਉਹਦਾ ਹੱਲ ਨਹੀਂ, ਨਾ ਹੀ ਤਿਆਗ ਉਹਦਾ ਹੱਲ ਹੈ। ਉਹ ਖਲੀਲ ਜ਼ਬਰਾਨ ਦੀ ਕਰੀਮਾਂ ਵਾਂਗ ਗਿਆਨ ਦੀ ਤਰਿਹਾਈ ਹੈ ਤੇ ਇੱਕ ਸੇਧ ਲੱਭਦੀ ਪਈ ਹੈ। ਇਹ ਗੱਲ ਵੱਖਰੀ ਹੈ ਕਿ ਉਹ ਕਈ ਵਾਰ ਬੜੀ ਚੁੱਪ ਕੀਤੇ ਦਰਦ ਵਿੱਚ ਵਿਸ਼ਵਾਸ ਬੰਨ੍ਹ ਲੈਂਦੀ ਹੈ, ਜਿਵੇਂ ਸਟੀਫਨ ਜ਼ਵਿਗ ਦੀ ਇੱਕ ਕਹਾਣੀ ਵਿੱਚ ਇੱਕ ਗੁੰਮਨਾਮ ਔਰਤ ਜੋ ਆਪਣੇ ਬੱਚੇ ਦੀ ਲਾਸ਼ ਕੋਲ ਬੈਠ ਕੇ ਆਪਣੇ ਬੱਚੇ ਦੇ ਬਾਪ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਖੱਤ ਲਿਖਦੀ ਹੈ, ਤੇ ਜਾਂ ਮੋਰੀਆਕ ਦੀ ਥੈਰੇਸੀ ਜੋ ਵਰ੍ਹਿਆਂ ਦੀ ਉਣੀਂਦਰੀ ਹੋਈ ਰੋਜ਼ ਰਾਤ ਨੂੰ ਅੱਗ ਉੱਤੇ ਹੱਥ ਸੇਕਦੀ ਸੋਚਦੀ ਰਹਿੰਦੀ ਹੈ ਕਿ ਜ਼ਿੰਦਗੀ ਦੀ ਰਾਤ ਕਦੀ ਤਾਂ ਬੀਤ ਜਾਏਗੀ। ਚੇਤਨਸ਼ੀਲ ਔਰਤ ਕਦੇ ਇਸ ਗੂੰਗੇ ਦਰਦ ਵਿੱਚ ਪਨਾਹ ਲੈਂਦੀ ਹੈ, ਪਰ ਕਦੀ ਉਹ ਸਿਰਫ ਕਾਰਜਸ਼ੀਲਤਾ ਵਿੱਚ ਹੀ ਭਰੋਸਾ ਕਰ ਸਕਦੀ ਹੈ। ਜਿਵੇਂ ਇਰਵਿੰਗ ਸਟੋਨ ਦੀ ਜੈਸੀ, ਇਹ ਜੈਸੀ ਹਰ ਇੱਕ ਹਾਰ ਦੀ ਸੁਆਹ ਵਿੱਚੋਂ ਜਿੱਤ ਦਾ ਕੋਈ ਨਾ ਕੋਈ ਚੰਗਿਆੜਾ ਮੰਗਾ ਲੈਣਾ ਜਾਣਦੀ ਹੈ। ਕਹਾਣੀ ਲਿਖਣ ਵਾਸਤੇ ਮਾਨਸਿਕ ਜੱਦੋ-ਜਹਿਦ ਦੇ ਕਿਸੇ ਇੱਕ ਪਹਿਲੂ ਨੂੰ ਚੁਣ ਲੈਣਾ ਹੀ ਕਾਫੀ ਨਹੀਂ, ਉਹਨੂੰ ਇੱਕ ਸਿਆਣੇ ਕਾਰੀਗਰ ਵਾਂਗ ਘੜ ਤਰਾਸ਼ ਕੇ ਪੇਸ਼ ਕਰ ਸਕਣਾ ਵੀ ਉਨਾ ਹੀ ਜ਼ਰੂਰੀ ਹੈ। ਇਹ ਸਿਰਫ ਕਦੇ-ਕਦਾਈ ਇੰਝ ਹੁੰਦਾ ਹੈ ਕਿ ਕਹਾਣੀਆਂ ਦੇ ਪਾਠਕ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਛੋਹ ਕੇ ਵੇਖ ਸਕਦੇ ਆ, ਉਹਨਾਂ ਨਾਲ ਗੱਲਾਂ ਕਰਕੇ ਵੇਖ ਸਕਦੇ ਆ, ਉਹਨਾਂ ਦੇ ਹੱਸਿਆਂ ਉਹ ਹੱਸ ਪੈਂਦੇ ਆ, ਉਹਨਾਂ ਦੇ ਰੋਇਆਂ ਉਹ ਰੋ ਪੈਂਦੇ ਆ, ਤੇ ਉਹਨਾਂ ਦੇ ਮਰਨ ਨਾਲ ਉਹ ਆਪ ਅੱਧ ਮਰੇ ਹੋ ਜਾਂਦੇ ਆ। ਇਹ ਸਿਰਫ ਕਦੇ ਹੀ ਵਾਪਰਦਾ ਹੈ ਕਿ ਕਿਸੇ ਇੱਕ ਕਹਾਣੀ ਦੀ ਇੱਕ ਪਾਤਰ ਸਦੀਆਂ ਨੂੰ ਸੇਧ ਦੇ ਜਾਏ। ਮੈਂ ਜਿਸ ਇਹੋ ਜਿਹੀ ਔਰਤ ਨੂੰ ਸਾਹਿਤ 'ਚ ਵੇਖਣਾ ਚਾਹੁੰਦੀ ਸੀ, ਉਹਨੂੰ ਐਨ ਰੈਡ ਦੇ ਨਾਵਲ ਫਾਊਂਟੇਨ ਹੈਡ ਵਿੱਚ ਡਿਓਮਿਨਕੀ ਦੇ ਰੂਪ 'ਚ ਵੇਖਿਆ। ਇਹੋ ਡਿਓਮਿਨਕੀ ਐਨ ਰੈਡ ਦੇ ਦੂਸਰੇ ਨਾਵਲ ਐਟਲਸ ਸ਼ਰਗਡ ਵਿੱਚ ਡੈਗਨੀ ਬਣਦੀ ਹੈ। ਡੈਗਨੀ ਸੋਚਦੀ ਹੈ, ਅਸੀਂ ਇੱਕ ਮੋਏ ਹੋਏ ਨਛੱਤਰ ਉੱਤੇ ਰਹਿੰਦੇ ਪਏ ਹਾਂ, ਚੰਦਰਮਾ ਵਾਂਗ। ਇੱਥੇ ਅਸੀਂ ਹਮੇਸ਼ਾ ਚਾਲੇ ਪਏ ਰਹਿੰਦੇ ਹਾਂ, ਪਰ ਸੋਚਣ ਵਾਸਤੇ ਖਲੋ ਨਹੀਂ ਸਕਦੇ, ਨਹੀਂ ਤਾਂ ਸਾਨੂੰ ਜਾਪਣ ਲੱਗ ਪਏਗਾ ਕਿ ਇੱਥੇ ਸਾਹ ਲੈਣ ਲਈ ਕੋਈ ਹਵਾ ਨਹੀਂ। ਹਰ ਮੁਸ਼ਕਲ ਦੇ ਸਾਹਮਣੇ ਤਣ ਕੇ ਖਲੋ ਸਕਣ ਦੀ ਤਾਕਤ ਹੋਣੀ ਚਾਹੀਦੀ ਹੈ, ਤੇ ਕਿਸੇ ਹੋਰ ਦੇ ਨਹੀਂ, ਸਿਰਫ ਆਪਣੇ ਸੰਕਲਪ ਨੂੰ ਪਛਾਣਨ ਦੀ ਤਾਕਤ। ਅਸੀਂ ਦੁਨੀਆ ਨੂੰ ਉਸ ਤਰ੍ਹਾਂ ਨਹੀਂ ਵੇਖਣਾ ਜਿਸ ਤਰ੍ਹਾਂ ਦੁਨੀਆ ਸਾਨੂੰ ਵੇਖਣ ਲਈ ਆਖਦੀ ਹੈ। ਇੱਕ ਬੜਾ ਵੱਡਾ ਧੋਖਾ ਹੈ, ਬੜਾ ਪੁਰਾਤਨ ਤੇ ਬੜਾ ਪਸਰਿਆ ਹੋਇਆ। ਇਹਨੂੰ ਤੋੜਨ ਦਾ ਭੇਤ ਇਹ ਹੈ ਕਿ ਸਾਨੂੰ ਜੋ ਸਿੱਖ ਮੱਤ ਦਿੱਤੀ ਜਾਂਦੀ ਹੈ ਉਹਦੇ ਉੱਤੇ ਸ਼ੰਕਾ ਕੀਤਾ ਜਾਏ। ਜਿੱਥੇ ਟੋਲਸਟਾਏ ਦੀ ਐਨਾ ਕਾਰਨੀਨਾ ਮੁਹੱਬਤ ਕਰਨ ਦੀ ਜੁਰਤ ਵੀ ਕਰਦੀ ਹੈ, ਪਰ ਸਮਾਜ ਤੇ ਕਾਨੂੰਨ ਦੇ ਪਰਛਾਵਿਆਂ ਕੋਲੋਂ ਸਹਿਮਦੀ ਵੀ ਰਹਿੰਦੀ ਹੈ, ਉੱਥੇ ਡੈਗਨੀ ਦੁਨੀਆ ਦੇ ਉਹਨਾਂ ਮਨੁੱਖਾਂ 'ਚੋਂ ਹੈ ਜਿਹੜੇ ਆਪਣੀ ਕਲਪਨਾ ਨੂੰ ਧਰਤੀ ਦੀ ਚੀਜ਼ ਬਣਾਉਣ ਵਾਸਤੇ ਜਿਉਂਦੇ ਹਨ, ਜੂਝਦੇ ਹਨ, ਤੇ ਕਿਸੇ ਵੀ ਦੁੱਖ ਦੇ ਹੱਥੋਂ ਦੁਖੀ ਹੋਣ ਤੋਂ ਇਨਕਾਰ ਕਰ ਦਿੰਦੇ ਹਨ। ਡੈਗਨੀ ਇੱਕ ਔਰਤ ਨਹੀਂ, ਔਰਤ ਜ਼ਾਤ ਨੂੰ ਜ਼ਿੰਦਗੀ ਦੀ ਕਾਲੀ ਰਾਤ 'ਚ ਆਇਆ ਹੋਇਆ ਇੱਕ ਹੁਸੈਨ ਸੁਪਨਾ ਹੈ, ਜਿਸ ਸੁਪਨੇ ਨੂੰ ਸੱਚ ਕਰਨ ਲਈ ਅਸੀਂ ਸਾਰੇ ਅੱਜ ਕਹਾਣੀਆਂ ਲਿਖ ਰਹੇ ਹਾਂ। ਅਗਲਾ ਭਾਗ ਹੈ ਤਜਰਬਿਆਂ ਦੇ ਲੂਣੇ ਪਾਣੀ। ਪਿੱਛੇ ਜੇ ਕੁਝ ਸਮਾਲੋਚਕਾਂ ਨੇ ਉਹ ਹੈਨਰੀ ਵਾਸਤੇ ਜਿਹੜੀ ਕਬਰ ਖੋਦੀ ਸੀ, ਉਹਨੇ ਉਸ ਕਬਰ 'ਚ ਪਏ ਰਹਿਣ ਤੋਂ ਇਨਕਾਰ ਕਰ ਦਿੱਤਾ, ਤੇ ਅੱਜ ਉਹ ਫਿਰ ਆਪਣੀਆਂ ਕਿਤਾਬਾਂ ਦਾ ਰੂਪ ਧਾਰ ਕੇ ਅਮਰੀਕਾ ਦੇ ਘਰ ਘਰ 'ਚ ਘੁੰਮ ਰਿਹਾ ਹੈ। ਸਮਾਲੋਚਕਾਂ ਨੇ ਉਹ ਹੈਨਰੀ ਦੇ ਪਾਤਰਾਂ ਨੂੰ ਪੜਚੋਲਦਿਆਂ ਆਖਿਆ ਸੀ, ਭਾਵੇਂ ਉਹਨੇ ਆਪਣੇ ਆਲੇ ਦੁਆਲੇ ਦੀਆਂ ਹਕੀਕਤਾਂ ਨੂੰ ਲਿਖਿਆ ਤਾਂ ਵੀ ਉਹਦੀ ਲਿਖਤ ਅਸਲਵਾਦੀ ਨਹੀਂ। ਕਹਾਣੀਆਂ ਦੇ ਹੈਰਾਨੀਜਨਕ ਅੰਤ ਜ਼ਿੰਦਗੀ ਦੀ ਰੋਜ਼ਾਨਾ ਤੇ ਇਕਸਾਰ ਰੱਟ ਨੂੰ ਤੋੜਨ ਵਾਲੀਆਂ ਬਾਲ ਆਸਾਂ 'ਚੋਂ ਲੱਭੇ ਹੋਏ ਹਨ। ਤੇ ਭਾਵੇਂ ਇਹਨਾਂ ਸਮਾਲੋਚਕਾਂ ਦੇ ਕਹਿਣ ਅਨੁਸਾਰ ਰੋਜ਼ਾਨਾ ਜ਼ਿੰਦਗੀ ਨਾਲ ਹੈਨਰੀ ਦੇ ਪਾਤਰਾਂ ਦਾ ਮੁਹਾਂਦਰਾ ਨਹੀਂ ਮਿਲਦਾ, ਪਰ ਇਹ ਪਾਤਰ ਅਸਲ 'ਚ ਪੁਰਾਣੇ ਪੱਛਮ ਦੇ ਹਨ। ਇਹਨਾਂ ਦੀਆਂ ਆਦਤਾਂ ਨੂੰ ਉਹ ਹੈਨਰੀ ਦੀ ਕਲਪਨਾ ਵੀ ਇਸ ਤਰ੍ਹਾਂ ਸਾਨ ਉੱਤੇ ਨਹੀਂ ਚਾੜ ਸਕੀ ਕਿ ਉਹਨਾਂ ਨੂੰ ਅਤਕਥਨੀ ਆਖਿਆ ਜਾ ਸਕੇ। ਤੇ ਭਾਵੇਂ ਆਲੋਚਕਾਂ ਦੇ ਕਹਿਣ ਅਨੁਸਾਰ ਉਹਦੀ ਮਸਾਂ ਹੀ ਕੋਈ ਅਜਿਹੀ ਕਹਾਣੀ ਹੋਏਗੀ ਜਿਹਦੇ ਵਿੱਚ
ਜਜ਼ਬਾਤੀਪਣ ਨਹੀਂ ਜਾਂ ਸੰਜੋਗ ਨਹੀਂ, ਤਾਂ ਵੀ ਇਹ ਗੱਲ ਬੜੀ ਸੱਚੀ ਹੈ ਕਿ ਉਹਦੀ ਕਹਾਣੀ ਇੱਕ ਵਾਰ ਪੜ੍ਹ ਲਈਏ ਤਾਂ ਥੋੜ੍ਹੇ ਕੀਤਿਆਂ ਭੁਲਾਈ ਨਹੀਂ ਜਾ ਸਕਦੀ। ਕਹਾਣੀਆਂ ਦਾ ਤਾਣਾ ਬਾਣਾ ਤੇ ਉਹਦੀਆਂ ਚੂੰਡੀਆਂ ਚੁਟਕੀਆਂ ਮਨੁੱਖ ਦੇ ਮਨ ਦਾ ਪਿੱਛਾ ਨਹੀਂ ਛੱਡਦੀਆਂ। ਮੈਂ ਉਸ ਆਦਮੀ ਲਈ ਕਹਾਣੀਆਂ ਲਿਖਦਾ ਜਿਹੜਾ ਇੱਕ ਕੁਰਸੀ ਉੱਤੇ ਬੈਠਾ ਸਣੇ ਸਲੀਪਰਾਂ ਦੇ ਆਪਣੇ ਪੈਰ ਦੂਸਰੀ ਕੁਰਸੀ ਉੱਤੇ ਰੱਖੀ ਸਿਗਰਟ ਪੀ ਰਿਹਾ ਹੈ। ਤੇ ਮੈਂ ਉਸ ਔਰਤ ਲਈ ਕਹਾਣੀਆਂ ਲਿਖਦਾ ਜਿਹੜੀ ਸਾਗ ਭਾਜੀ ਚਾੜ੍ਹਦੀ ਅਖਬਾਰ ਦਾ ਕੋਈ ਪੰਨਾ ਪੜ੍ਹਨ ਲਈ ਕਾਹਲੀ ਪੈ ਜਾਂਦੀ ਹੈ। ਤੇ ਉਹ ਹੈਨਰੀ ਆਖਦਾ ਹੁੰਦਾ ਸੀ, ਇਸ ਸ਼ਹਿਰ 'ਚ ਜਿੱਥੇ 40 ਲੱਖ ਅਜਨਬੀ ਵਸਦੇ ਹਨ, ਭਲਾ ਕੀ ਨਹੀਂ ਵਾਪਰ ਸਕਦਾ। ਇੱਕ ਵਾਰ ਉਹਨੇ ਆਪਣੇ ਇੱਕ ਦੋਸਤ ਨੂੰ ਆਖਿਆ ਸੀ, ਨਿਊਯਾਰਕ ਦੀ ਇੱਕ ਗਲੀ 'ਚ ਮੈਂ ਇੱਕ ਉਮਰ ਬਿਤਾਉਣਾ ਚਾਹੁੰਦਾ। ਇੱਥੇ ਹਰ ਘਰ 'ਚ ਇੱਕ ਨਾਟਕ ਹੁੰਦਾ ਹੈ। ਇੱਥੇ ਬਾਗਾਂ 'ਚ ਬੈਠੇ ਲੋਕਾਂ ਨੂੰ ਰਾਹ ਜਾਂਦੇ ਸ਼ੋਧੇ ਦੁਖਾ ਜਾਂਦੇ ਹਨ। ਰੋਟੀ ਖਰੀਦਣ ਲਈ ਇੱਕ ਕਤਾਰ 'ਚ ਖਲੋਤਾ ਹੋਇਆ ਆਦਮੀ 6 ਮਹੀਨਿਆਂ ਪਿੱਛੋਂ ਇੱਕ ਅਮੀਰਜ਼ਾਦੀ ਵਿਆਹ ਲਿਆਉਂਦਾ ਹੈ। ਇੱਕ ਅੱਲੜ ਕਾਮਾ ਕਿਸੇ ਨਾਲ ਦੋਸਤੀ ਗੰਢਦਾ ਤੇ ਫਿਰ ਰਾਜਨੀਤੀ ਦੇ ਚੌਂਤਰੇ ਉੱਤੇ ਚੜ੍ਹ ਜਾਂਦਾ ਹੈ। ਇੱਥੇ ਰਾਹ ਤੁਰਦਿਆਂ ਕਦੇ ਕੋਈ ਉਹ ਬੰਦਾ ਮਿਲ ਜਾਂਦਾ ਹੈ ਜਿਹੜਾ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਕਿਸੇ ਦੋਸਤ ਨਾਲ ਕੋਈ ਇਕਰਾਰ ਨਿਭਾਉਣ ਵਾਸਤੇ ਆਇਆ ਹੁੰਦਾ ਹੈ। ਤੇ ਕੀ ਪਤਾ ਇੱਥੇ ਕਿਸੇ ਚਾਹ ਘਰ 'ਚ ਪਿਆਨੋ ਵਜਾਉਣ ਵਾਲਾ ਸ਼ਾਇਦ ਅਫਰੀਕਾ ਦੇ ਜੰਗਲਾਂ 'ਚ ਸ਼ੇਰਾਂ ਦਾ ਸ਼ਿਕਾਰੀ ਰਿਹਾ ਹੋਵੇ। ਉਹ ਹੈਨਰੀ ਦੀ ਕਲਪਨਾ ਵਿੱਚ ਨਿਊਯਾਰਕ ਇੱਕ ਰੇਤ ਦਾ ਥਲ ਸੀ ਜਿਹੜਾ ਹਰ ਘੜੀ ਆਪਣੀ ਸ਼ਕਲ ਵਟਾਉਂਦਾ ਰਹਿੰਦਾ ਸੀ, ਜਿਹਦੀ ਨੀਂਹ ਕੋਈ ਨਹੀਂ ਸੀ, ਜਿਹਦੇ ਉੱਚੇ ਕਿੰਗਰੇ ਦੂਜੇ ਦਿਨ ਢੇਰੀ ਹੋ ਜਾਂਦੇ ਸਨ ਤੇ ਜਿੱਥੋਂ ਦੇ ਲੋਕ ਚੰਗਿਆੜਿਆਂ ਵਾਂਗ ਬਲਦੇ ਤੇ ਬੁੱਝ ਜਾਂਦੇ ਸਨ। ਇੰਜ ਉਹ ਹੈਨਰੀ ਸਭ ਕੁਝ ਤੱਕਦਾ ਸੀ, ਪਰਖਦਾ ਸੀ ਤੇ ਫਿਰ ਉਹਨਾਂ ਦੀਆਂ ਕਹਾਣੀਆਂ ਬਣਾ ਲੈਂਦਾ ਸੀ। ਉਹ ਕਿਰਾਏ ਭਾੜੇ ਦੀ ਇੱਕ ਨਿੱਕੀ ਜਿਹੀ ਪਰਚੀ ਲੈਣ ਲੱਗਿਆਂ ਵੀ ਕੋਈ ਕਹਾਣੀ ਢੂੰਡ ਲੈਂਦਾ ਸੀ। ਉਹ ਹੈਨਰੀ ਦੀਆਂ ਕਹਾਣੀਆਂ 'ਚ ਅਕਸਰ ਹੋਟਲਾਂ, ਸਰਾਵਾਂ ਤੇ ਚਾਹ ਘਰਾਂ ਦਾ ਬਿਆਨ ਹੁੰਦਾ ਜਾਂ ਦੁਕਾਨਾਂ ਉੱਤੇ ਚੀਜ਼ਾਂ ਵੇਚਦੀਆਂ ਕੁੜੀਆਂ ਦਾ ਜ਼ਿਕਰ, ਜਿਨ੍ਹਾਂ ਨੂੰ ਵੇਖ ਕੇ ਸ਼ਹਿਰ 'ਚ ਨਵੇਂ ਆਏ ਲੋਕ ਚੁੰਧਿਆ ਜਾਂਦੇ ਸਨ। ਇਹ 20ਵੀਂ ਸਦੀ ਦੇ ਮੁੱਢ ਦੀਆਂ ਗੱਲਾਂ ਸਨ। ਉਹ ਹੈਨਰੀ ਅੱਜ ਤੋਂ 100 ਵਰ੍ਹੇ ਪਹਿਲਾਂ ਜੰਮਿਆ ਸੀ। 11 ਸਤੰਬਰ 1862 ਨੂੰ। ਵਿਲੀਅਮ ਸਿਡਨੀ ਪੋਰਟਰ ਉਹਦਾ ਅਸਲੀ ਨਾਂ ਸੀ। ਉੱਤਰੀ ਕੈਰੋਲੀਨਾ ਦੇ ਇੱਕ ਸ਼ਹਿਰ ਗ੍ਰੀਨਜ਼ਬਰੋ ਵਿੱਚ ਉਹਦਾ ਪਿਓ ਇੱਕ ਸਫਲ ਡਾਕਟਰ ਤੇ ਨਵੀਆਂ ਕਾਢਾਂ ਦਾ ਇੱਕ ਅਸਫਲ ਵਿਉਂਤੀਆ ਸੀ। ਹੈਨਰੀ 3 ਵਰ੍ਹਿਆਂ ਦਾ ਸੀ ਜਦੋਂ ਉਹਦੇ ਸਿਰ ਉੱਤੋਂ ਮਾਂ ਦੇ ਹੱਥਾਂ ਦੀ ਛਾਂ ਚਲੀ ਗਈ ਤੇ ਉਹਦੇ ਪਿੱਛੋਂ ਕੋਈ ਵੀ ਛੱਤ ਅਜਿਹੀ ਨਾ ਬਣੀ ਜੋ ਹੈਨਰੀ ਨੂੰ ਠਾਰ ਦੇ ਸਕਦੀ। ਉਹ 15 ਵਰ੍ਹਿਆਂ ਦਾ ਸੀ ਜਦੋਂ ਉਹਨੇ ਸਕੂਲ ਜਾਣਾ ਛੱਡ ਦਿੱਤਾ। 5 ਵਰ੍ਹੇ ਆਪਣੇ ਚਾਚੇ ਦੀ ਦੁਕਾਨ 'ਚ ਕੰਮ ਕਰਦਾ ਰਿਹਾ ਤੇ ਫਿਰ ਸਾਰੀਆਂ ਰੱਸੀਆਂ ਤੋੜਾ ਕੇ ਟੈਕਸਾਸ ਚਲਾ ਗਿਆ। ਉੱਥੇ ਉਹਨੇ ਫਰਾਂਸੀਸੀ, ਜਰਮਨ ਤੇ ਸਪੇਨੀ ਜ਼ੁਬਾਨ ਸਿੱਖੀ। ਕਈਆਂ ਦਫ਼ਤਰਾਂ 'ਚ ਕਲਰਕ ਰਿਹਾ, ਬੈਂਕ 'ਚ ਨੌਕਰੀ ਕਰਦਾ ਰਿਹਾ ਤੇ ਫਿਰ ਇੱਕ ਅਖਬਾਰ ਵਾਸਤੇ ਮਜ਼ਾਹੀਏ ਕਲਮੀ ਚਿੱਤਰ ਲਿਖਣ ਲੱਗ ਪਿਆ। ਇੱਕ ਦਿਨ ਉਹ ਅਖਬਾਰ ਵਾਸਤੇ ਇੱਕ ਹਸਾਉਣਾ ਲੇਖ ਲਿਖਦਾ ਪਿਆ ਸੀ ਕਿ ਉਹਨੂੰ ਬੜੀ ਦੁਖਾਉਣੀ ਗੱਲ ਦਾ ਪਤਾ ਲੱਗਾ ਕਿ ਉਹਦੇ ਉੱਤੇ ਗਬਨ ਦਾ ਦੋਸ਼ ਲੱਗ ਗਿਆ ਸੀ। ਇਹ ਦੋਸ਼ ਉਸ ਬੈਂਕ ਵੱਲੋਂ ਲੱਗਾ ਸੀ ਜਿੱਥੇ ਕਦੇ ਉਹ ਨੌਕਰੀ ਕਰਦਾ ਰਿਹਾ ਸੀ। ਉਹ ਬੇਕਸੂਰ ਸੀ, ਪਰ ਘਬਰਾ ਕੇ ਉੱਥੋਂ ਨੱਸਣਾ ਉਹਦੀ ਗਲਤੀ ਸੀ। ਇਸ ਲਈ ਜਦੋਂ ਫੜਿਆ ਗਿਆ ਤਾਂ ਮੁਕੱਦਮਾ ਉਲਟ ਗਿਆ। 3 ਵਰ੍ਹਿਆਂ ਦੇ ਇਸ ਜੇਲ੍ਹ ਦੇ ਤਜਰਬੇ ਪਿੱਛੋਂ ਤੇ 2 ਨਾਖੁਸ਼ ਵਿਆਹਾਂ ਦੇ ਤਜਰਬੇ ਪਿੱਛੋਂ ਉਹ ਇਸ ਤਰ੍ਹਾਂ ਦੁਖਿਆ ਹੋਇਆ ਸੀ ਕਿ ਨਿਊਯਾਰਕ ਦੀ ਭੀੜ ਵਿੱਚ ਗੁਆਚ ਕੇ ਉਹ ਆਪਣੀ ਪਛਾਣ ਭੁੱਲ ਜਾਣਾ ਚਾਹੁੰਦਾ ਸੀ। ਇੱਥੇ ਉਹਨੇ ਆਪਣੀ ਜ਼ਿੰਦਗੀ ਨੂੰ ਕੱਜ ਸਮੇਟ ਕੇ ਹੋਟਲਾਂ ਦੀਆਂ ਕੁਝ ਨਿਵੇਕਲੀਆਂ ਗੁੱਠਾਂ ਲੱਭ ਲਈਆਂ। ਉਹਨੇ ਨਿਮਾਣਿਆਂ ਲੋਕਾਂ ਨੂੰ ਲੱਭ ਲਿਆ। ਉਹ ਚੁਪੀਤਾ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਹੋਟਲਾਂ ਦੇ ਬਹਿਰਿਆਂ ਦੀਆਂ ਗੱਲਾਂ, ਦੁਕਾਨਾਂ ਉੱਤੇ ਚੀਜ਼ਾਂ ਵੇਚਦੀਆਂ ਕੁੜੀਆਂ ਦੀਆਂ ਗੱਲਾਂ, ਦਲਾਲਾਂ ਦੀਆਂ ਗੱਲਾਂ ਤੇ ਜੇਬ ਕਤਰਿਆਂ ਦੀਆਂ ਗੱਲਾਂ। ਅਸਲ 'ਚ ਉਹਦੇ ਕੋਲ ਗੱਲ ਨੂੰ ਛਿੱਲਣ ਘੜਨ ਦਾ ਇੱਕ ਅਸਾਧਾਰਨ ਹੁਨਰ ਸੀ ਜਿਹਦੇ ਨਾਲ ਉਹਨੇ ਆਪਣੀਆਂ ਕਹਾਣੀਆਂ ਵਿੱਚ ਨਿਊਯਾਰਕ ਦੇ ਸੋਝ ਨੂੰ ਲਿਖਿਆ, ਉਹਦੇ ਰੋਮਾਂਚਿਕ ਸੋਝ ਨੂੰ, ਉਹਦੀ ਬਹੁਪੱਖੀ ਮਨੁੱਖਤਾ ਨੂੰ ਤੇ ਉਹਦੇ ਜਾਦੂ ਨੂੰ। ਸਿਰਫ ਅਮਰੀਕਾ ਦਾ ਨਹੀਂ ਬਲਕਿ ਦੁਨੀਆ ਦਾ ਕੋਈ ਵੀ ਅਜਿਹਾ ਕਹਾਣੀਕਾਰ ਦਾ ਸ਼ੌਕੀ ਨਹੀਂ ਹੋਣਾ ਜਿਹਨੇ ਹੈਨਰੀ ਦੀ ਕ੍ਰਿਸਮਸ ਦੀ ਸੁਗਾਤ ਵਾਲੀ ਕਹਾਣੀ ਨਾ ਪੜ੍ਹੀ ਹੋਵੇ, ਜਿਹਦੇ 'ਚ ਡੈਲਾ ਸਾਰਾ ਵਰ੍ਹਾ ਸਾਗ ਭਾਜੀ ਖਰੀਦੀ ਇੱਕ ਬਚੀ ਹੋਈ ਪੈਨੀ ਨੂੰ ਜੋੜਦੀ ਰਹਿੰਦੀ ਹੈ। ਉਹ ਕ੍ਰਿਸਮਸ ਵਾਲੇ ਦਿਨ ਆਪਣੇ ਮਹਿਬੂਬ ਲਈ ਕੋਈ ਬੜੀ ਪਿਆਰੀ ਸੁਗਾਤ ਖਰੀਦੇਗੀ, ਪਰ ਵਰ੍ਹੇ ਪਿੱਛੋਂ ਜਦੋਂ ਉਹ ਆਪਣੀ ਬੁਗਨੀ ਦੇ ਪੈਸਿਆਂ ਨੂੰ ਗਿਣਦੀ ਹੈ ਤਾਂ ਉਹ ਸਿਰਫ $1 ਤੇ 47 ਸੈਂਟ ਬਣਦੇ ਹਨ। ਇੱਕ ਪੈਨੀ ਦੀ ਗਿਣਤਰੀ ਕਰਨ ਵਾਲੇ ਇਸ ਘਰ ਵਿੱਚ 2 ਬੜੀਆਂ ਕੀਮਤੀ ਚੀਜ਼ਾਂ ਹਨ। ਇੱਕ ਡੈਲਾ ਦੇ ਗਜ਼-ਗਜ਼ ਲੰਮੇ ਵਾਲ ਤੇ ਇੱਕ ਉਹਦੇ ਮਹਿਬੂਬ ਜੇਮਸ ਦੀ ਘੜੀ। ਡੈਲਾ ਆਪਣੇ ਵਾਲਾਂ ਨੂੰ ਕੱਟ ਕੇ ਵੇਚ ਦਿੰਦੀ ਹੈ ਤੇ ਜੇਮਸ ਦੀ ਘੜੀ ਵਾਸਤੇ $21 ਦੀ ਇੱਕ ਇੰਨੀ ਖੂਬਸੂਰਤ ਜੰਜੀਰੀ ਖਰੀਦ ਲੈਂਦੀ ਹੈ ਕਿ ਡੈਲਾ ਸੋਚਦੀ ਹੈ ਜਿਸ ਜੰਜੀਰੀ ਨੂੰ ਬੰਨ੍ਹ ਕੇ ਜੇਮਸ ਦਾ 100 ਵਾਰੀ ਉਸ ਘੜੀ ਤੋਂ ਵਕਤ ਵੇਖਣ ਨੂੰ ਜੀਅ ਕਰੇਗਾ। ਪਰ ਜੇਮਸ ਜਦੋਂ ਜੰਜੀਰੀ ਵੇਖਦਾ ਹੈ ਚੁੱਪ ਦਾ ਚੁੱਪ ਡੈਲਾ ਦੇ ਮੂੰਹ ਵੱਲ ਤੱਕਦਾ ਰਹਿੰਦਾ ਹੈ।
ਡੈਲਾ ਸੋਚਦੀ ਹੈ ਉਹ ਸ਼ਾਇਦ ਜੇਮਸ ਨੂੰ ਆਪਣੇ ਕੱਟੇ ਵਾਲਾਂ 'ਚ ਸੋਹਣੀ ਨਹੀਂ ਲੱਗਦੀ ਪਈ, ਪਰ ਜੇਮਸ ਆਪਣੀ ਘੜੀ ਨੂੰ ਵੇਚ ਕੇ ਡੈਲਾ ਦੇ ਵਾਲਾਂ ਵਾਸਤੇ ਸਿੰਪੀਆਂ ਦੀਆਂ ਬਣੀਆਂ ਹੋਈਆਂ ਉਹ ਜੜਾਊ ਕੰਘੀਆਂ ਖਰੀਦ ਲਿਆਇਆ ਹੋਇਆ ਸੀ, ਜੋ ਡੈਲਾ ਕਈਆਂ ਵਰ੍ਹਿਆਂ ਤੋਂ ਕਿਸੇ ਦੁਕਾਨ ਉੱਤੇ ਹਿਰਾਸੀਆਂ ਅੱਖਾਂ ਨਾਲ ਵੇਖਦੀ ਹੁੰਦੀ ਸੀ। ਹੁਣ ਉਹਨੂੰ ਪਤਾ ਨਹੀਂ ਲੱਗਦਾ ਪਿਆ ਕਿ ਇਹਨਾਂ ਕੰਘੀਆਂ ਨੂੰ ਕਿਹੜੇ ਵਾਲਾਂ 'ਚ ਟੁੰਗੇਗਾ ਤੇ ਇਸ ਜੰਜੀਰ ਨੂੰ ਉਹ ਕਿਹੜੀ ਘੜੀ ਨਾਲ ਬੰਨੇਗਾ। ਵਰ੍ਹਿਆਂ ਦੇ ਵਰ੍ਹੇ ਹੋ ਗਏ ਹਨ, ਪਰ ਅੱਜ ਵੀ ਜਦੋਂ ਕੋਈ ਇਸ ਕਹਾਣੀ ਨੂੰ ਪੜ੍ਹਦਾ ਹੈ, ਮੁਹੱਬਤ ਨਾਲ ਭਿੱਜੇ ਹੋਏ ਇਸ ਦੁਖਾਂਤ ਦੀ ਸਿੱਲ ਉਹਦੇ ਮਨ ਨੂੰ ਚੜ੍ਹ ਜਾਂਦੀ ਹੈ। ਆਪਣੀ ਇੱਕ ਕਹਾਣੀ 'ਚ ਹੈਨਰੀ ਲਿਖਦਾ ਹੈ, ਜ਼ਿੰਦਗੀ ਨਾ ਨਿਰਾ ਦੁਖਾਂਤ ਹੈ, ਨਾ ਨਿਰਾ ਸੁਖਾਂਤ। ਉਹ ਇੱਕ ਪੁਤਲੀ ਵਾਂਗ ਅਜੇ ਤਕੜੇ ਹੱਥਾਂ 'ਚ ਖੇਡਦੀ ਪਈ ਹੈ, ਜੋ ਉਹਦੀਆਂ ਤੰਦਾਂ ਤਾਰਾਂ ਨੂੰ ਖਿੱਚ ਤੁਣਕਾ ਕੇ ਕਦੇ ਉਹਦੇ ਹੌਕਿਆਂ ਨਾਲ ਉਹਦੇ ਹਾਸਿਆਂ ਦਾ ਗਲ ਨਪੀੜ ਦਿੰਦੇ ਹਨ ਤੇ ਕਦੇ ਉਹਦੀਆਂ ਡੂੰਘੀਆਂ ਪੀੜਾਂ ਵਿੱਚੋਂ ਅਜੀਬ ਖੁਸ਼ੀਆਂ ਛਣਕਾ ਦਿੰਦੇ ਹਨ। ਹੈਨਰੀ ਦੀ ਇਸੇ ਡੂੰਘੀ ਸੋਚ ਨੇ ਉਹਨੂੰ ਬਲ ਦਿੱਤਾ, ਜਿਹਦੇ ਨਾਲ ਉਹ ਨਾ ਸਿਰਫ ਆਪਣੇ ਤਜਰਬਿਆਂ ਦੇ ਲੂਣੇ ਪਾਣੀਆਂ ਨੂੰ ਤਰ ਨਿਕਲਿਆ, ਬਲਕਿ ਇੱਕ ਸਿਆਣੇ ਟੋਭੇ ਵਾਂਗ ਸਾਗਰ ਵਿੱਚੋਂ ਕਹਾਣੀਆਂ ਦੇ ਮੋਤੀ ਲੱਭ ਕੇ ਕੰਢੇ 'ਤੇ ਲਿਆਉਂਦਾ ਰਿਹਾ। ਉਹ ਮਸਾਂ 47 ਵਰ੍ਹਿਆਂ ਦਾ ਸੀ ਜਿਸ ਵੇਲੇ ਮੌਤ ਚੁੱਪ-ਚੁਪੀਤੀ ਆ ਕੇ ਉਹਦੇ ਮੋਢੇ ਕੋਲ ਖਲੋ ਗਈ ਤੇ ਹੈਨਰੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਕਲਮ ਆਪਣੇ ਮੇਜ਼ 'ਤੇ ਰੱਖ ਦਿੱਤੀ। ਉਸ ਵੇਲੇ ਇੱਕ ਕਹਾਣੀ ਲਿਖ ਰਿਹਾ ਸੀ, ਸੁਪਨਾ। ਇਹ ਮੌਤ ਨਾ ਉਹਦੀ ਨੀਂਦਰ 'ਚ ਸੁਪਨਾ ਬਣ ਕੇ ਆਈ ਸੀ, ਨਾ ਉਹਦੀ ਕਹਾਣੀ ਦੀ ਪਾਤਰ ਬਣ ਕੇ। ਇੱਕ ਤਲਖ ਹਕੀਕਤ ਬਣ ਕੇ ਆਈ ਸੀ। ਇਹ ਬਹਾਰ ਦੇ ਦਿਨ ਸਨ ਤੇ ਮੌਤ ਵੀ ਜਿਵੇਂ ਸਾਹਿਤ ਦੇ ਬਗੀਚੇ 'ਚੋਂ ਇੱਕ ਬੜਾ ਖਿੜਿਆ ਹੋਇਆ ਫੁੱਲ ਤੋੜਨ ਵਾਸਤੇ ਆ ਗਈ ਸੀ। ਧੰਨਵਾਦ।